Good morning, students. This is Rajvinder Singh from Guru Nanak Public Senior Secondary School Raiya. ਬੱਚਿਓ ਜਨਰਲ ਇੰਗਲਿਸ਼ ਪੜ੍ਹਦੇ ਪਏ ਆਪਾਂ। ਬੁੱਕ ਦਾ ਨਾਮ ਹੈਗਾ ਐ ਪੈਨੋਰਾਮਾ ਆਫ ਲਾਈਫ। 11th ਸਟੈਂਡਰਡ ਦੀ ਬੁੱਕ ਹੈ। ਇਹਦੇ 'ਚ ਆਪਾਂ 2 ਯੂਨਿਟ ਤੇ ਕੰਪਲੀਟ ਕਰ ਲਏ ਨੇ। ਫਸਟ ਜੈਂਡਰ ਵਾਈਜ਼ ਹੀ ਜੈਂਡਰ ਵਾਈਜ਼ ਆਪਾਂ ਕੰਪਲੀਟ ਕਰ ਚੁੱਕੇ। ਜੈਂਡਰ ਵਾਈਜ਼ ਪੋਰਟਰੇਟ ਆਫ ਆ ਲੇਡੀ ਕੰਪਲੀਟ ਹੋ ਗਿਆ। ਅੱਜ ਆਪਾਂ 5th ਯੂਨਿਟ ਸਟਾਰਟ ਕਰਨ ਲੱਗੇ ਹਾਂ। ਆ ਪ੍ਰੈਜ਼ੀਡੈਂਟ ਸਪੀਕਸ ਕਿਹਨਾਂ ਦੇ ਦੁਆਰਾ ਲਿਖਿਆ ਗਿਆ? ਡਾਕਟਰ APJ ਅਬਦੁਲ ਕਲਾਮ ਦੇ ਦੁਆਰਾ। ਦੇਖਿਓ ਪਹਿਲਾਂ ਦੀ ਇੰਟਰੋਡਕਸ਼ਨ ਦੇਖ ਲਓ। ਦਿਸ ਇੰਸਪਾਇਰਿੰਗ ਸਪੀਚ ਵਾਸ ਡਿਲੀਵਰਡ ਬਾਈ ਪ੍ਰੈਜ਼ੀਡੈਂਟ APJ ਅਬਦੁਲ ਕਲਾਮ। ਜੋ ਵੀ ਆਪਾਂ ਇੱਥੇ ਪੜ੍ਹਨੀ ਆ, ਇਹ ਸਪੀਚ ਕਿਹਨਾਂ ਦੇ ਦੁਆਰਾ ਦਿੱਤੀ ਗਈ ਆ? ਜਿਹੜੇ ਰਾਸ਼ਟਰਪਤੀ ਸੀ APJ ਅਬਦੁਲ ਕਲਾਮ, ਜਿਨ੍ਹਾਂ ਦਾ ਜਨਮ 1931 ਦੇ ਵਿੱਚ ਹੋਇਆ ਸੀ। ਉਹ ਕੌਣ ਹੀ? ਵਿਦਵਾਨ ਹੀ, ਸਕਾਲਰ ਵਿਦਵਾਨ ਹੁੰਦੇ ਆ, ਵਿਗਿਆਨੀ ਹੀ, ਸਾਇੰਟਿਸਟ ਹੀ। ਪੂਰਾ ਸੰਸਾਰ ਉਹਨਾਂ ਨੂੰ ਜਾਣਦਾ। ਅਤੇ ਸਪੀਚ ਕਿੱਥੇ ਦਿੱਤੀ ਗਈ ਹੈ? ਕਿਹੜੀ ਸਿਟੀ ਦੇ ਵਿੱਚ? ਹੈਦਰਾਬਾਦ ਦੇ ਵਿੱਚ। ਹੀ ਇਜ਼ ਅ ਹਿਊਮਨ ਬੀਇੰਗ ਵਿਦ ਅ ਕੀਨ ਪਰਸੈਪਸ਼ਨ। ਕੀਨ ਪਰਸੈਪਸ਼ਨ ਹੁੰਦੀ ਤੇਜ਼ ਬੁੱਧੀ। ਐਂਡ ਸੈਂਸਿਟੀਵਿਟੀ ਟੂ ਹਿਊਮਨ ਵਾਂਟ ਐਂਡ ਸਫਰਿੰਗ। ਵੀ ਉਹ ਬੜੇ ਜਿੱਦਾਂ ਕਹਿ ਲਓ ਵੀ ਸੈਂਸਿਟਿਵ। ਉਹਨਾਂ ਨੂੰ ਪਤਾ ਸੀ ਵੀ ਮਨੁੱਖ ਦੀਆਂ ਕੀ ਲੋੜਾਂ ਨੇ, ਮਨੁੱਖ ਕਿਹੜੀਆਂ ਚੀਜ਼ਾਂ ਤੋਂ ਸਫਰ ਹੁੰਦਾ ਪਿਆ, ਕਿਹੜੀਆਂ ਪੀੜਾਂ ਝੱਲਦਾ ਪਿਆ, ਉਹਨਾਂ ਨੂੰ ਸਭ ਪਤਾ ਹੁੰਦਾ ਸੀ। ਵੇਰੀਅਸ ਡਿਸਟਿੰਕਸ਼ਨਸ ਐਂਡ ਅਵਾਰਡਸ ਫਰੋਮ ਵੇਰੀਅਸ ਮਾਈਲਸਟੋਨਸ ਆਫ ਹਿਸ ਆਊਟਸਟੈਂਡਿੰਗਸ ਲਾਈਫ। ਉਹਨਾਂ ਨੂੰ ਬਹੁਤ ਜ਼ਿਆਦਾ ਅਵਾਰਡਸ ਮਿਲੇ। ਉਹਨਾਂ ਦੀ ਜਿਹੜੀ ਬੜੀ ਵਧੀਆ ਲਾਈਫ ਹੈ, ਉਹਨਾਂ ਨੇ ਬੜਾ ਯੋਗਦਾਨ ਦਿੱਤਾ। ਭਾਵੇਂ ਉਹ ਸਾਇੰਸ ਦੇ ਫੀਲਡ ਵਿੱਚ ਹੋਵੇ, ਭਾਵੇਂ ਉਹਨਾਂ ਨੇ ਫਿਲੋਸਫਰਸ ਵੀ ਬੜੇ ਤਕੜੇ ਸੀ। ਉਹ ਬੁੱਧੀਮਾਨ ਬਹੁਤ ਹੀ ਸਿਆਣੇ ਸੀ। ਜਿਸ ਤਰ੍ਹਾਂ ਉਹਨਾਂ ਨੇ ਹਰ ਇੱਕ ਫੀਲਡ ਦੇ ਵਿੱਚ ਆਪਣਾ ਬਹੁਤ ਯੋਗਦਾਨ ਦਿੱਤਾ ਅਤੇ ਉਹਨਾਂ ਨੂੰ ਬੜੇ ਅਵਾਰਡਸ ਵੀ ਮਿਲੇ। ਇਨ 1997 ਹੀ ਵਾਸ ਅਵਾਰਡਿਡ। 1997 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਮਿਲਿਆ। ਭਾਰਤ ਰਤਨ ਸਭ ਤੋਂ ਉੱਚਾ ਸਨਮਾਨ ਆ, ਹਾਈਐਸਟ ਸਿਵਿਲੀਅਨ ਔਨਰ ਹੁੰਦਾ ਆਪਣੇ ਦੇਸ਼ ਦਾ। ਠੀਕ ਹੈ ਨਾ। ਇਹ ਬਹੁਤ ਮੇਨ ਖਾਸ ਲੋਕਾਂ ਨੂੰ ਮਿਲਦਾ ਵਾ, ਅਤੇ ਇਹਨਾਂ ਨੂੰ ਵੀ ਭਾਰਤ ਰਤਨ ਮਿਲਿਆ ਸੀ। ਹਿਜ਼ ਸਟੇ ਇਨ ਦਾ ਰਾਸ਼ਟਰਪਤੀ ਭਵਨ ਇਜ਼ ਮਾਰਕਡ ਬਾਈ ਅ ਚਾਈਲਡ ਲਾਈਕ ਇਨਡਿਫਰੈਂਸ ਟੂ ਕਨਵੈਕਸ਼ਨਸ। It is interesting to note that his site on the internet is dedicated to Mother, Father, Teacher and Almighty. One can learn a great deal from his other speeches too. ਇਹਨਾਂ ਦੀਆਂ ਇੰਟਰਨੈਟ 'ਤੇ ਜਿਹੜੀਆਂ ਵੀ ਸਾਈਟਸ ਆ, ਉਹ ਸਾਰੀਆਂ ਕਿਹਨਾਂ ਨੂੰ ਡੈਡੀਕੇਟ ਆ? ਮਦਰਸ, ਫਾਦਰ, ਟੀਚਰਸ ਨੂੰ, ਅਲਮਾਈਟੀ ਪਰਮਾਤਮਾ ਨੂੰ। ਸਾਰਾ ਕੁਝ ਉਹਨਾਂ ਨਾਲ ਰਿਲੇਟਿਡ ਆ। ਇਹਨਾਂ ਦੇ ਦੁਆਰਾ ਜੋ ਸਮਝਾਇਆ ਗਿਆ ਵਾ ਵੀ ਆਪਾਂ ਆਂਦੇ ਵੀ ਕੋਈ ਵੀ ਇਹਨਾਂ ਤੋਂ ਜ਼ਿੰਦਗੀ ਜੀਣ ਦਾ ਬੜਾ ਕੁਝ ਸਿੱਖ ਸਕਦਾ ਵਾ। ਇਹਨਾਂ ਦੀਆਂ ਸਪੀਚਿਸ ਜੇਕਰ ਆਪਾਂ ਸੁਣਦੇ ਹਾਂ, ਅਸੀਂ ਬੜਾ ਮੋਟੀਵੇਟ ਹੋ ਸਕਦੇ ਹਾਂ। ਸਾਨੂੰ ਇਹਨਾਂ ਤੋਂ ਬੜੀ ਸਿੱਖਿਆ ਮਿਲਦੀ APJ ਅਬਦੁਲ ਕਲਾਮ ਤੋਂ। ਇਹਨਾਂ ਦਾ ਪੜ੍ਹਦੇ ਹਾਂ ਹੁਣ ਆਪਾਂ। ਇਹਨਾਂ ਦੀ ਸਪੀਚ ਜੋ ਹੈਦਰਾਬਾਦ ਵਿੱਚ ਉਹਨਾਂ ਨੇ ਦਿੱਤੀ ਸੀ। ਆਈ ਹੈਵ 3 ਵਿਜ਼ਨਸ ਫॉर ਇੰਡੀਆ। ਅਬਦੁਲ ਕਲਾਮ ਜੀ ਕਹਿੰਦੇ ਨੇ ਵੀ ਉਹਨਾਂ ਦੇ 3 ਸੁਪਨੇ ਆ ਭਾਰਤ ਦੇਸ਼ ਲਈ। ਵਿਜ਼ਨਸ ਹੁੰਦੇ ਸੁਪਨੇ, ਦ੍ਰਿਸ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਇਨ 3000 years of our history, people from all over the world have come and invaded us. ਕਹਿੰਦੇ ਜੇਕਰ ਅਸੀਂ ਆਪਣਾ ਇਤਿਹਾਸ ਵੇਖੀਏ ਨਾ, 3000 ਸਾਲ ਪੁਰਾਣਾ, ਲੋਕ ਜਿਹੜੇ ਆ ਆਉਂਦੇ ਰਹੇ ਆ ਸੰਸਾਰ ਤੋਂ, ਕਿਤੋਂ ਵੀ ਆਉਂਦੇ ਰਹੇ ਆ ਅਤੇ ਸਾਨੂੰ ਲੁੱਟਦੇ ਰਹੇ ਨੇ, ਹਮਲਾ ਕਰਦੇ ਰਹੇ ਸਾਡੇ 'ਤੇ। ਇਨਵੇਡ ਕਰਨਾ ਹੁੰਦਾ ਹਮਲਾ ਕਰਨਾ, ਸਾਡੇ 'ਤੇ ਕਬਜ਼ਾ ਕਰਨਾ, ਕੈਪਚਰਡ ਸਾਡੀਆਂ ਜ਼ਮੀਨਾਂ ਨੂੰ ਹਥਿਆ ਲੈਣਾ। ਕੌਂਕਰਡ ਆਵਰ ਮਾਈਂਡ, ਸਾਡੇ ਮਨਾਂ ਦੇ ਉੱਪਰ ਵੀ ਉਹਨਾਂ ਨੇ ਕਬਜ਼ਾ ਕਰ ਲੈਣਾ, ਕਿ ਜਿੱਤ ਹਾਸਲ ਕਰ ਲੈਣੀ। ਫਰੋਮ ਅਲੈਕਸੈਂਡਰ ਔਨਵਰਡ, ਅਲੈਕਸੈਂਡਰ ਤੋਂ ਲੈ ਕੇ ਕੌਣ ਕੌਣ ਆਇਆ ਸਾਡੇ ਦੇਸ਼ ਵਿੱਚ? ਗ੍ਰੀਕ ਆਏ ਨੇ, ਤੁਰਕ ਆਏ, ਮੁਗਲਸ ਆਏ, ਪੋਰਚੁਗੀਜ਼ ਆਏ। ਪੋਰਚੁਗੀਜ਼ ਪੁਰਤਗਾਲ ਦੇ ਲੋਕਾਂ ਨੂੰ ਕਹਿੰਦੇ ਨੇ। ਬ੍ਰਿਟਿਸ਼ ਅੰਗਰੇਜ਼ ਆਏ, ਫਰੈਂਚ ਆਏ, ਡੱਚ ਆਏ। ਆਲ ਆਫ ਦੈਮ ਕੇਮ ਐਂਡ ਲੂਟਿਡ ਅਸ। ਇਹ ਸਾਰੇ ਆਏ ਆ। ਕੇਮ ਸੈਕਿੰਡ ਫਾਰਮ ਹੈ ਨਾ, ਜਿੱਦਾਂ ਪਾਸ ਦੀ ਗੱਲ ਹੁੰਦੀ ਪਈ ਵੀ ਆਏ ਹੀ ਅਤੇ ਸਾਨੂੰ ਉਹਨਾਂ ਨੇ ਲੁੱਟਿਆ। ਟੁੱਕ ਅਵਰ ਵਟ ਵਾਸ ਅਵਰ, ਜੋ ਵੀ ਸਾਡੇ ਕੋਲ ਹੈਗਾ ਸੀ ਉੱਤੇ ਕਬਜ਼ਾ ਕਰ ਲਿਆ। ਯੈਟ ਵੀ ਹੈਵ ਨੋਟ ਡਨ ਦਿਸ ਟੂ ਐਨੀ ਅਦਰ ਨੇਸ਼ਨ। ਪਰ ਆਪਾਂ ਦੇਖੋ, ਆਪਾਂ ਨਹੀਂ ਨਾ ਕਿਸੇ ਦੇਸ਼ 'ਤੇ ਕਬਜ਼ਾ ਕੀਤਾ। ਇਸ ਤਰ੍ਹਾਂ ਇੰਡੀਆ ਜਿਹੜਾ ਵਾ, ਇੰਡੀਆ ਨੇ ਕਦੀ ਕਿਸੇ ਦੇਸ਼ ਨੂੰ ਗੁਲਾਮ ਨਹੀਂ ਬਣਾਇਆ। ਵੀ ਹੈਵ ਨੋਟ ਕੌਂਕਰਡ ਐਨੀ ਵਨ, ਆਪਾਂ ਕਿਸੇ ਦੀ ਕੋਈ ਚੀਜ਼ ਕੋਈ ਨਹੀਂ ਕਦੀ। ਵੀ ਹੈਵ ਨੋਟ ਗ੍ਰੈਬਡ ਦੇਅਰ ਲੈਂਡ, ਗ੍ਰੈਬਡ ਖੋਣਾ ਹੀ ਹੁੰਦਾ ਵਾ। ਆਪਾਂ ਕਿਸੇ ਦੀਆਂ ਜ਼ਮੀਨਾਂ ਵੀ ਨਹੀਂ ਕਦੀ ਖੋਈਆਂ, ਕਿਸੇ ਦਾ ਕਲਚਰ ਨਹੀਂ ਖੋਇਆ। ਜੋ ਉਹਨਾਂ ਦਾ ਸਾਹਿਤ ਹੁੰਦਾ, ਜੋ ਉਹਨਾਂ ਦਾ ਜੋ ਵੀ ਕਲਚਰ ਹੈ, ਉਹਨੂੰ ਕਦੀ ਨਹੀਂ ਆਪਾਂ ਕੌਂਕਰਡ ਕੀਤਾ। ਐਂਡ ਦੇਅਰ ਹਿਸਟਰੀ ਐਂਡ ਟਰਾਈ ਟੂ ਐਨਫੋਰਸ ਅਵਰ ਵੇ ਆਫ ਲਾਈਫ ਔਨ ਦੈਮ।
ਨਾਲ ਉਹਨਾਂ ਨੂੰ ਜ਼ਿੰਦਗੀ ਜੀਣ ਲਈ ਨਹੀਂ ਕਿਹਾ। ਆਪਾਂ ਆਜ਼ਾਦੀ ਦੀ ਕਦਰ ਕੀਤੀ ਲੋਕਾਂ ਦੀ। ਵਾਈ ਕਹਿੰਦੇ ਆਪਾਂ ਕਿਉਂ ਨਹੀਂ ਇੱਦਾਂ ਕੀਤਾ? ਦਿਸ ਇਜ਼ ਬਿਕੋਜ਼ ਵੀ ਰਿਸਪੈਕਟ ਦਾ ਫਰੀडम ਆਫ ਅਦਰ। ਜਿਹੜੀ ਮੈਂ ਗੱਲ ਹੁਣੇ ਕਹਿਣਾ ਪਿਆ ਇਹਦਾ ਕਾਰਨ ਇਹੋ ਹੀ ਆ ਕਿਉਂਕਿ ਆਪਾਂ ਰਿਸਪੈਕਟ ਕਰਦੇ ਆ ਫਰੀडम ਦੀ, ਆਜ਼ਾਦੀ ਦੀ, ਦੂਜਿਆਂ ਦੀ। ਵੀ ਸਾਨੂੰ 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 ਇਹ ਫੀਲ ਹੁੰਦਾ ਵੀ ਲੋਕ ਆਜ਼ਾਦ ਹੋਣੇ ਚਾਹੀਦੇ, ਕਿਸੇ ਦੇ ਗੁਲਾਮ ਨਹੀਂ ਹੋਣੇ ਚਾਹੀਦੇ। ਇਸ ਕਰਕੇ ਅਬਦੁਲ ਕਲਾਮ ਦਾ ਜਿਹੜਾ ਪਹਿਲਾ ਸੁਪਨਾ ਸੀ ਨਾ ਉਹ ਫਰੀडम ਦਾ ਸੀ ਵੀ ਹਰ ਇੱਕ ਪੱਖ ਤੋਂ ਅਸੀਂ ਆਜ਼ਾਦ ਹੋਈਏ, ਅਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਨਾ ਕਰੀਏ, ਗੁਲਾਮ ਨਾ ਹੋਈਏ। ਆਈ ਬਲੀਵ ਦੈਟ ਇਹ ਕਹਿੰਦਾ ਵੀ ਮੈਨੂੰ ਮਤਲਬ ਵਿਸ਼ਵਾਸ ਹੋਇਆ ਵੀ ਇੰਡੀਆ ਨੇ ਜਿਹੜਾ ਪਹਿਲਾ ਸੁਪਨਾ ਵਾ ਫਸਟ ਡਿਵੀਜ਼ਨ ਨੂੰ ਕਦੋਂ ਹਾਸਲ ਕਰ ਲਿਆ। ਜਿਹੜਾ ਇਹਦਾ ਪਹਿਲਾ ਸੁਪਨਾ ਸੀ 1800, ਤੁਹਾਨੂੰ ਪਤਾ ਹੋਣਾ 1857 ਵਿੱਚ ਮੰਗਲ ਪਾਂਡੇ ਦੇ ਦੁਆਰਾ ਜਿਹੜਾ ਵਿਰੋਧ ਹੋਇਆ ਸੀ, ਆਜ਼ਾਦੀ ਦੀ ਪਹਿਲੀ ਲੜਾਈ ਲੜੀ ਗਈ ਸੀ 1857 ਦੇ ਵਿੱਚ। ਫਿਰ ਅਸੀਂ ਆਜ਼ਾਦੀ ਵੱਲ ਵਧਣ ਡੈ ਪਏ ਸੀ। when we started the war of independence 1857 ਵਿੱਚ ਆਪਾਂ ਸ਼ੁਰੂ ਕਰ ਲਈ ਸੀ ਆਜ਼ਾਦੀ ਦੀ ਲੜਾਈ। ਤੇ ਫਿਰ ਪਹਿਲਾ ਸੁਪਨੇ ਵੱਲ ਪੂਰਾ ਹੋਣ ਡੈ ਪਿਆ ਸੀ ਉਦੋਂ ਇਹਦਾ। in this freedom that we must protect and nurture and build it on, if we are not free no one will respect us। ਠੀਕ ਹੈ, ਉੱਥੇ ਇਹਨਾਂ ਨੇ ਲਾਸਟ ਲਾਈਨ ਵਿੱਚ ਕਿਹਾ ਵੀ ਜੇਕਰ ਆਪਾਂ ਆਜ਼ਾਦ ਨਾ ਹੋਵਾਂਗੇ ਕੋਈ ਵੀ ਸਾਡੀ ਇੱਜ਼ਤ ਨਹੀਂ ਕਰੂਗਾ। ਗੁਲਾਮ ਦੀ ਕਿਸੇ ਨੇ ਕੀ ਇੱਜ਼ਤ ਕਰਨੀ ਹੋਵੇ? ਜਿੰਨਾ ਚਿਰ ਤੱਕ ਆਪਾਂ ਫ੍ਰੀ ਨਹੀਂ ਹੁੰਦੇ ਕੋਈ ਵੀ ਸਾਡੀ ਰਿਸਪੈਕਟ ਨਹੀਂ ਕਰੂਗਾ। ਦੂਸਰਾ ਸੁਪਨਾ ਕੀ ਹੈਗਾ ਸੀ ਇਹਦਾ? ਡਿਵੈਲਪਮੈਂਟ। ਇੱਕ ਹੁੰਦਾ ਡਿਵੈਲਪ, ਇੱਕ ਹੁੰਦਾ ਡਿਵੈਲਪਮੈਂਟ। ਡਿਵੈਲਪਮੈਂਟ ਹੁੰਦਾ ਵਾ ਜਿੱਦਾਂ ਕਹਿ ਲਓ ਕਿ ਵਿਕਾਸ ਹੁੰਦਾ ਰਹਿਣਾ। ਡਿਵੈਲਪਡ ਹੁੰਦਾ ਵਾ ਵੀ ਵਿਕਾਸ ਹੋ ਗਿਆ। ਜਿੱਦਾਂ ਇੱਥੇ ਕਿਹਾ ਵਾ ਵੀ ਫॉर 50 years we have been a developing nation। ਪਿਛਲੇ 50 ਸਾਲਾਂ ਤੋਂ ਆਪਣਾ ਜਿਹੜਾ ਰਾਸ਼ਟਰ ਆ ਉਹ ਤਰੱਕੀ ਵੱਲ ਵੱਧਦਾ ਪਿਆ। ਤਰੱਕੀ ਹੋਈ ਨਹੀਂ ਹੈਗੀ, ਤਰੱਕੀ ਵੱਲ ਵੱਧਦਾ ਪਿਆ। ਰੋਜ਼ ਕੋਈ ਨਾ ਕੋਈ ਕੰਮ ਹੁੰਦੇ ਪਏ ਨੇ, ਪੂਰਾ ਡਿਵੈਲਪ ਨਹੀਂ ਬਣਿਆ। ਇਟ ਇਜ਼ ਟਾਈਮ ਵੀ ਸੀ ਅਵਰਸੈਲਫ ਐਜ਼ ਅ ਡਿਵੈਲਪਡ ਨੇਸ਼ਨ। ਆਂਦੇ ਹੁਣ ਸਮਾਂ ਵਾ ਇਟ ਇਜ਼ ਟਾਈਮ ਵੀ ਸੀ ਹੁਣ ਸਮਾਂ ਵਾ ਕਿ ਆਪਾਂ ਆਪਣੇ ਆਪ ਨੂੰ ਦੇਖੀਏ ਇੱਕ ਵਿਕਾਸਸ਼ੀਲ ਰਾਸ਼ਟਰ ਦੇ ਰੂਪ ਵਿੱਚ, ਵੀ ਸਾਡਾ ਦੇਸ਼ ਜਿਹੜਾ ਵਾ ਉਹ ਪੂਰਾ ਡਿਵੈਲਪ ਹੋ ਜੇ, ਕੋਈ ਕਮੀ ਨਾ ਰਵੇ ਇੱਥੇ। We are among top 5 nations of the world in terms of GDP। GDP ਹੁੰਦਾ ਵਾ gross domestic product। ਜਿੱਦਾਂ ਇਹ ਕੋਈ ਇਕਨੋਮਿਕ ਟਰਮ ਆ, ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਵਾ ਵੀ ਆਪਾਂ ਜਿਹੜੇ ਨਾ ਇੰਡੀਅਨਸ ਆਪਾਂ ਟੌਪ ਦੇ 5 ਨੇਸ਼ਨਸ ਦੇ ਵਿੱਚ ਆਉਂਦੇ ਆ ਜੇਕਰ ਆਪਾਂ GDP ਦੀ ਗੱਲ ਕਰੀਏ। ਠੀਕ ਹੈ, ਅਵਰ ਪੋਵਰਟੀ ਲੈਵਲ ਆਰ ਫਾਲਿੰਗ। ਜਿਹੜਾ ਗਰੀਬੀ ਦੀ ਦਰ ਆ ਉਹ ਘਟਦੀ ਪਈ ਆ। ਲੋਕ ਜਿਹੜੇ ਆ ਉਹ ਹੌਲੀ ਹੌਲੀ ਥੋੜੇ ਆਪਣਾ ਸਟੈਂਡਰਡ ਚੁੱਕਦੇ ਪਏ ਨੇ, ਵੀ ਉਹਨਾਂ ਦਾ ਪੈਸਾ ਜਿਹੜਾ ਵਾ ਉਹਨਾਂ ਦੀ ਆਮਦਨ 'ਚ ਵਾਧਾ ਹੁੰਦਾ ਪਿਆ, ਪੋਵਰਟੀ ਲੈਵਲ ਘਟਦਾ ਪਿਆ। ਸਾਡੀਆਂ ਜਿਹੜੀਆਂ ਉਪਲਬਧੀਆਂ ਵਾ ਉਹ ਸੰਸਾਰ ਦੇ ਵਿੱਚ ਜਾਣੀਆਂ ਜਾਣ ਲੱਗ ਪਈਆਂ ਵਾ। ਗਲੋਬਲੀ ਮਤਲਬ ਪੂਰੇ ਸੰਸਾਰ ਦੇ ਵਿੱਚ ਸਾਨੂੰ ਪਹਿਚਾਨਣ ਡੈ ਪਏ ਲੋਕ, ਸਾਡੀਆਂ ਅਚੀਵਮੈਂਟਸ ਜਿਹੜੀਆਂ ਵਾ। ਪਰ ਫਿਰ ਵੀ ਸਾਡੇ 'ਚ ਸੈਲਫ ਕੌਨਫੀਡੈਂਸ ਦੀ ਕਮੀ ਆ। ਲੈਕ ਹੁੰਦਾ, ਕਮੀ ਹੋਣਾ, ਸੈਲਫ ਕੌਨਫੀ ਸਾਡੇ 'ਚ। ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਡਿਵੈਲਪਡ ਨੇਸ਼ਨ ਦਾ ਹਿੱਸਾ ਵਾ। ਹਜੇ ਵੀ ਆਪਾਂ ਬਲੇਮ ਕਰਦੇ ਆ ਵੀ ਸਾਡਾ ਦੇਸ਼ ਇੱਦਾਂ ਦਾ ਵਾ, ਕਰਪਟ ਸਿਸਟਮ ਆ, ਵੀ ਸਾਨੂੰ ਹਜੇ ਵੀ ਲੱਗਦਾ ਵੀ ਡਿਵੈਲਪਡ ਨਹੀਂ ਹੈਗੇ, ਸਾਡੇ 'ਚ ਸੈਲਫ ਕੌਨਫੀਡੈਂਸ ਹੈਗਾ। ਇਹੋ ਲਿਆਉਣਾ ਵਾ। ਠੀਕ ਹੈ, ਵੀ ਆਪਾਂ ਡਿਵੈਲਪਡ ਨੇਸ਼ਨ ਦੇ ਵਾਸੀ ਆ, ਸਾਨੂੰ ਇੱਦਾਂ ਦਾ ਅੰਦਰੋਂ ਫੀਲਿੰਗ ਆਵੇ ਵੀ ਅਸੀਂ ਆਤਮ ਨਿਰਭਰ ਆ, ਸੈਲਫ ਰਿਲਾਇੰਟ ਆ, ਸੈਲਫ ਅਸ਼ੋਰਡ ਆ, ਵੀ ਸਾਨੂੰ ਅਸ਼ੋਰਡ ਹੁੰਦਾ ਵਿਸ਼ਵਾਸ, ਵੀ ਸਾਨੂੰ ਪੂਰਾ ਵਿਸ਼ਵਾਸ ਹੋਵੇ। ਥਰਡ ਵਿਜ਼ਨ ਕੀ ਹੈਗਾ? ਸਟੈਂਡ ਅਪ ਟੂ ਦਾ ਵਰਡ, ਵੀ ਡਟ ਕੇ ਖੜੇ ਹੋਣਾ। ਭਾਵੇਂ ਕੋਈ ਵੀ ਹੋਵੇ, ਵੀ ਕੋਈ ਸਾਡੇ ਤੇ ਉਂਗਲ ਨਾ ਚੁੱਕ ਸਕੇ। ਹਰ ਪੱਖੋਂ ਤੇਜ਼ ਹੋਣੇ ਚਾਹੀਦੇ। ਸਾਡੀ ਤਾਕਤ ਮਿਲਟਰੀ ਪਾਵਰ, ਸੈਨਿਕ ਬੜੇ ਪਾਵਰਫੁਲ ਹੋਣੇ ਚਾਹੀਦੇ। ਪੈਸੇ ਪੱਖੋਂ ਸਾਡਾ ਦੇਸ਼ ਬੜਾ ਅਮੀਰ ਹੋਣਾ ਚਾਹੀਦਾ। ਇੱਕ ਇਹਦਾ ਤੀਜਾ ਸੁਪਨਾ ਅਬਦੁਲ ਕਲਾਮ ਜੀ ਦਾ ਇਹ